ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ। ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਜੀਵ ਨੂੰ ਚੰਗੇ ਰਸਤੇ ਲਗਾਉਣ ਲਈ ਅੰਮ੍ਰਿਤ ਵੇਲੇ ਦੀਆਂ ਕੁਝ ਅਵਸਥਾਵਾਂ ਦੱਸੀਆਂ ਹਨ। ਸਭ ਤੋਂ ਪਹਿਲਾਂ ਜੀਵ ਆਪਣੇ ਮਾੜੇ ਕਰਮ ਤਿਆਗ ਕੇ ਚੰਗੇ ਕਰਮਾਂ ਵੱਲ ਲੱਗਦਾ ਹੈ ਤੇ ਆਪਣੇ ਮੂੰਹ ਨਾਲ ਉੱਚੀ ਉੱਚੀ ਬੋਲ ਕੇ ਬਾਣੀ ਪੜ੍ਹਦਾ ਹੈ ਤੇ ਕੰਨਾਂ ਨਾਲ ਸੁਣਦਾ ਹੈ। ਦੂਸਰੀ ਅਵਸਥਾ ਵਿੱਚ ਬੁੱਲ ਨਹੀਂ ਬੋਲਦੇ, ਸਿਰਫ ਜੀਭ ਬੋਲਦੀ ਹੈ। ਇਸ ਨਾਲ ਜੀਵ ਨੂੰ 10 ਗੁਣਾ ਫਲ ਜ਼ਿਆਦਾ ਮਿਲਦਾ ਹੈ। ਤੇ ਤੀਸਰੀ ਅਵਸਥਾ ਵਿੱਚ ਬਾਬਾ ਜੀ ਦੱਸਦੇ ਹਨ ਕਿ ਅੰਮ੍ਰਿਤ ਵੇਲੇ ਪਵਿੱਤਰਤਾ ਨਾਲ ਇਸ਼ਨਾਨ ਕਰਕੇ ਕੱਪੜੇ ਪਾਉਂਦਿਆਂ ਜਪਜੀ ਸਾਹਿਬ ਜੀ ਦਾ ਪਾਠ ਕਰ ਲਵੇ। ਜੇਕਰ ਪਾਠ ਨਹੀਂ ਆਉਂਦਾ ਤਾਂ ਮੂਲ ਮੰਤਰ ਪੜ੍ਹਦਿਆਂ ਕੱਪੜੇ ਪਾ ਲਵੇ। ਫਿਰ ਗੁਟਕਾ ਸਾਹਿਬ ਤੋਂ ਜਪਜੀ ਸਾਹਿਬ ਜੀ ਦਾ ਪਾਠ ਕਰ ਲਵੇ। ਫਿਰ ਇੱਛਾ ਅਨੁਸਾਰ ਜਲ ਪਾਣੀ ਛਕ ਲਵੇ। ਹੁਣ 2.5 ਘੰਟੇ ਮੂਲ ਮੰਤਰ ਇੱਕ ਓਂਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਕਰੇ ਅਤੇ ਵਾਹਿਗੁਰੂ ਸਿਮਰਨ ਨਿਯਮ ਨਾਲ ਕਰੇ। ਇਹ ਪਾਠ ਹਿਰਦੇ ਵਿੱਚ ਕਰੇ, ਨਾ ਬੁੱਲ ਹਿੱਲਣ ਨਾ ਜ਼ੁਬਾਨ ਹਿੱਲੇ। ਇਸ ਤਰ੍ਹਾਂ ਪਾਠ ਕਰਨ ਨਾਲ 1000 ਗੁਣਾ ਫਲ ਵੱਧ ਮਿਲਦਾ ਹੈ। ਇਸ ਤਰ੍ਹਾਂ ਆਪਣੀ ਉਮਰ ਦਾ ਹਿਸਾਬ ਲਾ ਕੇ 2.5 ਘੰਟੇ ਨਾਲ ਹਿਸਾਬ ਮਿਲਾ ਕੇ ਪੂਰਾ ਕਰੇ ਤਾਂ ਸਿਰਫ ਕਰਜ਼ਾ ਹੀ ਲੈਂਦਾ ਹੈ। ਕਰਜ਼ਾ ਲਾ ਕੇ 3 ਘੰਟੇ ਸਿਮਰਨ ਕਰੇ, ਨਾ ਬੁੱਲ ਹਿੱਲਣ ਨਾ ਜ਼ੁਬਾਨ ਹਿੱਲੇ। ਹੁਣ ਕਮਾਈ ਜਮ੍ਹਾਂ ਹੋਣ ਲੱਗ ਜਾਵੇਗੀ, ਕਿਉਂਕਿ ਜਦੋਂ ਨਿਰੰਕਾਰ ਨੇ ਇਸ ਜੀਵ ਨੂੰ ਇਸ ਧਰਤੀ 'ਤੇ ਭੇਜਿਆ ਸੀ, ਉਸ ਵੇਲੇ ਪੁੱਛਿਆ, ਕੋਈ ਆਪਣਾ ਜਾਮਨ ਦੇ ਜਿਸ ਦੀ ਜਾਮਨੀ ਤੇ ਤੈਨੂੰ ਇਸ ਗੰਦਗੀ ਦੇ ਥੈਲੇ ਵਿੱਚੋਂ ਕੱਢ ਲਿਆ ਜਾਵੇ। ਨਿਰੰਕਾਰ ਨੇ ਆਪਣਾ ਨਾਮ ਸਿਮਰਨ ਦੇ ਕੇ ਇਸ ਬੜਵਾ ਅੱਗ ਤੋਂ ਬਚਾ ਕੇ ਇਸ ਜੀਵ ਨੂੰ ਰੱਖਿਆ ਹੈ। ਭਾਵ ਮਾਂ ਦੇ ਪੇਟ ਵਿੱਚ ਐਸੀ ਅੱਗ ਹੈ ਜੋ ਮਾਂ ਪੱਕੇ ਰੋੜ ਵੀ ਖਾ ਜਾਵੇ ਪਰ ਰੋੜ ਵੀ ਭਸਮ ਹੋ ਜਾਂਦੇ ਹਨ। ਉਸ ਅਗਨ ਦੇ ਵਿੱਚ ਆਪਣਾ ਨਾਮ ਦੇ ਕੇ ਇਸ ਬੱਚੇ ਦੀ ਰੱਖਿਆ ਕੀਤੀ ਹੈ। ਜੇ ਇੱਕ ਸਵਾਸ ਵੀ ਬੱਚਾ ਨਾਮ ਭੁੱਲ ਜਾਂਦਾ ਹੈ ਤਾਂ ਬੱਚੇ ਦਾ ਕੋਈ ਨਾ ਕੋਈ ਅੰਗ ਮਾਰਿਆ ਜਾਂਦਾ ਹੈ, ਜਿਸ ਨੂੰ ਦੁਨੀਆ ਦੇ ਬੰਦੇ ਕਹਿ ਦਿੰਦੇ ਹਨ ਕਿ ਇਸ ਬੱਚੇ ਨੂੰ ਗ੍ਰਹਿਣ ਲੱਗ ਗਿਆ ਹੈ। ਵਾਸਤਵ ਵਿੱਚ ਉਸ ਬੱਚੇ ਨੂੰ ਸਿਮਰਨ ਭੁੱਲਿਆ ਹੁੰਦਾ ਹੈ, ਜਿਸ ਕਰਕੇ ਬੱਚੇ ਦਾ ਅੰਗ ਭੰਗ ਹੋ ਜਾਂਦਾ ਹੈ। ਕਿਸੇ ਦੀ ਅੱਖ ਮਾਰੀ ਜਾਂਦੀ ਹੈ, ਕਿਸੇ ਦੀ ਬਾਂਹ ਮਾਰੀ ਜਾਂਦੀ ਹੈ ਤੇ ਕਿਸੇ ਦੀ ਲੱਤ ਮਾਰੀ ਜਾਂਦੀ ਹੈ। ਇਹ ਕਾਰਨ ਉਦੋਂ ਹੀ ਬਣਦਾ ਹੈ ਜਦੋਂ ਬੱਚਾ ਨਾਮ ਭੁੱਲ ਜਾਂਦਾ ਹੈ। ਹੁਣ ਵਾਹਿਗੁਰੂ ਨੇ ਕਿਹਾ, ਹੇ ਜੀਵ, ਤੂੰ ਕੋਈ ਆਪਣਾ ਜਾਮਨ ਦੇ ਤਾਂ ਤੈਨੂੰ ਇਹ ਅੱਗ ਦੇ ਵਿੱਚੋਂ ਕੱਢਾਂਗੇ। ਹੁਣ ਇਸ ਜੀਵ ਨੇ 5 ਤੱਤਾਂ ਨੂੰ ਪੁੱਛਿਆ, ਮੇਰੀ ਜਾਮਨੀ ਭਰੋ, ਮੈਂ ਸੰਸਾਰ ਵਿੱਚ ਜਾ ਕੇ ਨਾਮ ਜਪਾਂਗਾ। 4 ਤੱਤਾਂ ਨੇ ਜਵਾਬ ਦੇ ਦਿੱਤਾ ਕਿ ਤੂੰ ਝੂਠਾ ਹੈ, ਤੇਰਾ ਇਤਬਾਰ ਕੋਈ ਨਹੀਂ। ਹੁਣ ਪਾਣੀ ਨੇ ਜਾਮਨੀ ਦਿੱਤੀ ਤੇ ਇਹ ਵਚਨ ਕੀਤਾ ਕਿ ਅੰਮ੍ਰਿਤ ਵੇਲੇ ਜਦੋਂ ਉੱਠੇਗਾ ਤੇਰੇ ਨਾਲ ਪਹਿਲਾ ਮਿਲਾਪ ਮੇਰਾ ਹੋਵੇਗਾ ਅਤੇ ਜੱਫੀ ਪਾ ਕੇ ਮਿਲਾਂਗੇ ਤੇ ਮੈਂ ਵਚਨ ਕਰਦਾ ਹਾਂ ਕਿ ਸਿਮਰਨ ਕਰਨਾ ਮੈਂ ਯਾਦ ਕਰਾ ਦਿਆ ਕਰਾਂਗਾ। ਅੱਗੇ ਜਪਣਾ ਜਾਂ ਨਾ ਜਪਣਾ ਤੇਰੀ ਮਰਜ਼ੀ ਹੈ। ਹੁਣ ਸਵੇਰੇ ਉੱਠ ਕੇ ਜਦੋਂ ਹੱਥ ਮੂੰਹ ਧੋਂਦੇ ਹਾਂ ਤਾਂ ਪਾਣੀ ਪਰਮੇਸ਼ਰ ਨੂੰ ਯਾਦ ਕਰਾ ਦਿੰਦਾ ਹੈ। ਪਾਣੀ ਨੇ ਆਪਣੀ ਜਾਮਨੀ ਪੂਰੀ ਕਰ ਦਿੱਤੀ ਹੈ। ਹੁਣ ਆਪਣੀ ਉਮਰ ਦੇ ਹਿਸਾਬ ਨਾਲ 2.5 ਘੰਟੇ ਰੋਜ਼ ਦੇ ਬਣਾਵੇ, ਉਤਨੇ ਘੰਟੇ ਸਿਮਰਨ ਪੂਰਾ ਕਰੇ ਤਾਂ ਇਸ ਦੇ ਪਿਛਲੇ ਕਰਜ਼ਾ ਲੈਂਦਾ ਹੈ। ਹੁਣ ਇਸ ਤੋਂ ਵੱਧ ਪਾਠ ਕਰੇ ਔਰ ਮਨ ਵਿੱਚ ਮੰਗ ਕੋਈ ਨਾ ਰੱਖੇ, ਕਿਉਂਕਿ ਜੋ ਇੱਛਾ ਕਰਕੇ ਪਾਠ ਕਰਦਾ ਹੈ ਉਹ ਮੰਗਤਾ ਹੀ ਬਣਿਆ ਰਹਿੰਦਾ ਹੈ। ਪਰ ਮੰਗ ਵੱਡੀ ਹੁੰਦੀ ਹੈ ਤੇ ਸਿਮਰਨ ਥੋੜ੍ਹਾ ਹੁੰਦਾ ਹੈ। ਜੀਵ ਜਿਤਨਾ ਸਿਮਰਨ ਕਰਦਾ ਹੈ ਉਹ ਮੰਗ ਨਾਲ ਪੂਰਾ ਕਰ ਲੈਂਦਾ ਹੈ। ਜਿਵੇਂ ਕੋਈ 10 ਰੁਪਏ ਰੋਜ਼ ਕਮਾਉਂਦਾ ਹੋਵੇ ਤੇ 10 ਰੁਪਏ ਹੀ ਖਰਚ ਲਵੇ, ਉਸਨੇ ਬਣਾਇਆ ਤਾਂ ਕੁਝ ਨਹੀਂ ਪਰ ਸਿਮਰਨ ਇਕੱਠਾ ਕਰਨ ਵਾਸਤੇ ਮੰਗੇ ਕੁਝ ਨਾ ਤੇ ਸਿਮਰਨ ਨਿਤਨੇਮ ਨਿਯਮ ਨਾਲ ਕਰੀ ਜਾਵੇ। ਜੰਮਣਾ ਮਰਨਾ ਤੇ ਰੋਜੀ ਨਿਰੰਕਾਰ ਦੇ ਸਭ ਹੱਥ ਵਿੱਚ ਹੈ। ਜੋ ਜੀਵ ਨਾ ਮੰਗੇ ਤਾਂ ਜੀਵ ਦਾ ਸਿਮਰਨ ਬਹੁਤ ਹੋ ਜਾਂਦਾ ਹੈ। ਫਿਰ ਇਹ ਜੀਵ ਦਾਤਾ ਹੋ ਜਾਂਦਾ ਹੈ, ਕਿਉਂਕਿ ਜੀਵ ਮੰਗੇ ਕੁਝ ਨਾ
ਤਾਂ ਵੀ ਭਾਣੇ ਵਿੱਚ ਆ ਜਾਵੇਗਾ। ਬਾਕੀ ਨਿਰੰਕਾਰ ਜਿਹਾ ਦੇਵੇਗੇ ਸ਼ੁਕਰ ਕਰੇ ਤੇ ਇਉਂ ਕਹੇ ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਪਹਿਨਣਾ, ਜਿੱਥੇ ਤੂੰ ਰੱਖੇ ਉੱਥੇ ਰਹਿੰਦਾ ਹਾਂ। ਇਸ ਰਜਾ ਵਿੱਚ ਰਹਿਣ ਵਾਲਾ ਪੁਰਸ਼ ਦਾਤਾ ਹੋ ਜਾਂਦਾ ਹੈ। ਇਸ ਤਰ੍ਹਾਂ 3 ਘੰਟੇ ਰੋਜ਼ ਦਾ ਇੱਕ ਆਸਣ ਤੇ ਹਿਰਦੇ ਵਿੱਚ ਅਭਿਆਸ ਕਰਨ ਨਾਲ 18 ਦਿਨ ਵਿੱਚ ਆਪਣੇ ਚਰਿੱਤਰ ਦੇ ਦਰਸ਼ਨ ਹੋਣ ਲੱਗਦੇ ਹਨ ਤੇ ਮੂਲ ਮੰਤਰ ਹੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਤਰ੍ਹਾਂ 40 ਦਿਨ ਵਿੱਚ ਸਮਾਧੀ ਵਿੱਚ ਦਰਸ਼ਨ ਹੋਣ ਲੱਗ ਜਾਂਦੇ ਹਨ। ਜਦੋਂ ਵੀ ਨਿਤਨੇਮ ਵਿੱਚ ਬੈਠੋਗੇ ਤਾਂ ਮੂਲ ਮੰਤਰ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਬਣ ਬੈਠ ਜਾਵੇਗਾ। ਅੰਮ੍ਰਿਤ ਵੇਲੇ ਦਾ ਫਲ ਇਸ ਪ੍ਰਕਾਰ ਹੈ। ਸਵਾ ਪਹਿਰ ਦੇ ਤੜਕੇ ਪਾਠ ਆਰੰਭ ਕਰੋਗੇ ਤਾਂ ਸਵਾ ਮਣ ਸੋਨੇ ਦਿੱਤੇ ਦਾਨ ਦਾ ਫਲ ਪ੍ਰਾਪਤ ਹੋਵੇਗਾ। ਜੇ ਪਹਿਰ ਦੇ ਤੜਕੇ ਨਿਤਨੇਮ ਆਰੰਭ ਕਰੋਗੇ ਤਾਂ ਸਵਾ ਮਣ ਚਾਂਦੀ ਦੇ ਦਾਨ ਦਿੱਤੇ ਦਾ ਫਲ ਹੋਵੇਗਾ। ਜੇਕਰ 2 ਘੰਟੇ ਸੂਰਜ ਚੜ੍ਹਨ ਤੋਂ ਪਹਿਲਾਂ ਨਿਤਨੇਮ ਕਰੋਗੇ ਤਾਂ ਸਵਾ ਮਣ ਤਾਂਬੇ ਦਾ ਫਲ ਪ੍ਰਾਪਤ ਹੋਵੇਗਾ। ਜੇ 1 ਘੰਟਾ ਸੂਰਜ ਚੜ੍ਹਨ ਤੋਂ ਪਹਿਲਾਂ ਨਿਤਨੇਮ ਕਰੋਗੇ ਤਾਂ ਸਵਾ ਮਣ ਦੁੱਧ ਦਾਨ ਦਿੱਤੇ ਦਾ ਫਲ ਪ੍ਰਾਪਤ ਹੋਵੇਗਾ। ਜੇਕਰ ਸੂਰਜ ਚੜ੍ਹੇ ਤੇ ਨਿਤਨੇਮ ਸ਼ੁਰੂ ਕਰੋਗੇ ਤਾਂ ਸਵਾ ਮਣ ਪਾਣੀ ਦੇ ਦਾਨ ਦਾ ਫਲ ਮਿਲੇਗਾ। ਜੇ 12:30 ਵਜੇ ਇਸ਼ਨਾਨ ਕਰਕੇ 1 ਵਜੇ ਰਾਤ ਟਾਈਮ ਤੋਂ ਨਿਤਨੇਮ ਬਿਨਾਂ ਨਾਗਾ ਕਰੋਗੇ ਤਾਂ ਇਸ ਦਾ ਫਲ ਗਿਣਤੀ ਮਿਣਤੀ ਤੋਂ ਬਾਹਰ ਹੈ। ਜੇ ਇਸ ਗਿਣਤੀ ਮਿਣਤੀ ਤੋਂ ਬਗੈਰ ਕੋਈ ਕਿਸੇ ਟਾਈਮ ਦਿਨੇ ਰਾਤ ਤੁਰਦੇ ਫਿਰਦੇ ਬੈਠੇ ਖੜੇ ਲੰਮੇ ਪਿਆਂ ਕਿਸੇ ਤਰ੍ਹਾਂ ਵੀ ਪਾਠ ਨਿਤਨੇਮ ਕਰੇ ਸਭ ਦਾ ਫਲ ਜ਼ਰੂਰ ਮਿਲਦਾ ਹੈ, ਵਿਅਰਥ ਨਹੀਂ ਜਾਂਦਾ। ਬਿਨਾਂ ਨਿਯਮ ਤੋਂ ਫਲ ਥੋੜ੍ਹਾ ਬਹੁਤਾ ਘੱਟ ਵੱਧ ਜ਼ਰੂਰ ਹੋ ਜਾਂਦਾ ਹੈ ਪਰ ਵਿਅਰਥ ਨਹੀਂ ਜਾਂਦਾ। ਜੋ ਬੰਧਨ ਵਿੱਚ ਮਰਿਆਦਾ ਅਨੁਸਾਰ ਕਰੋਗੇ ਤਾਂ ਉਸ ਦਾ ਫਲ ਜਿਸ ਤਰ੍ਹਾਂ ਲਿਖਿਆ ਗਿਆ ਹੈ ਜਾਂ ਬੋਲਿਆ ਗਿਆ ਹੈ ਉਸੇ ਤਰ੍ਹਾਂ ਹੀ ਮਿਲੇਗਾ। 2 ਤਰ੍ਹਾਂ ਦੀ ਭਗਤੀ ਹੈ, ਇੱਕ ਅੰਤਰਮੁਖੀ, ਇੱਕ ਬਾਹਰਮੁਖੀ। ਅੰਤਰਮੁਖੀ ਤਾਂ ਬਿਜਲੀ ਦੀ ਤਾਰ ਵਾਂਗੂ ਹੈ। ਜਿਵੇਂ ਬਿਜਲੀ ਦੀ ਤਾਰ ਦਾ ਪਤਾ ਨਹੀਂ ਲੱਗਦਾ ਪਰ ਜੇ ਹੱਥ ਲੱਗ ਜਾਵੇ ਤਾਂ ਜਾਨ ਖਿੱਚ ਲੈਂਦੀ ਹੈ, ਭਾਵ ਸਾਹ ਵੀ ਨਹੀਂ ਲੈਣ ਦਿੰਦੀ। ਦੂਸਰੀ ਹੈ ਬਾਹਰਮੁਖੀ, ਜਿਵੇਂ ਟੈਲੀਫੋਨ ਦੀ ਤਾਰ ਹੁੰਦੀ ਹੈ। ਇਸ ਦੀ ਕੀਮਤ ਜ਼ਿਆਦਾ ਹੈ। ਇਸ ਤਾਰ ਨੂੰ ਹੱਥ ਲਾਉਣ ਦਾ ਕੋਈ ਖਤਰਾ ਨਹੀਂ ਹੈ ਪਰ ਇਸ ਵਿੱਚ ਸਿਰਫ ਗੱਲਬਾਤ ਹੀ ਕੀਤੀ ਜਾਂਦੀ ਹੈ। ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲਾਹੌਰ ਗਏ। ਸ਼ਹਿਰ ਤੋਂ ਬਾਹਰ ਇੱਕ ਪੰਡਿਤ ਨੇ ਪਖੰਡ ਬਣਾਇਆ ਹੋਇਆ ਸੀ। ਹੋਰ ਵੀ ਬਹੁਤ ਸਾਰੇ ਬੰਦੇ ਬੈਠੇ ਸਨ। ਸਤਿਗੁਰ ਵੀ ਸਾਹਮਣੇ ਆ ਕੇ ਬੈਠ ਗਏ। ਇਸ ਪੰਡਿਤ ਨੇ 12 ਥਾਵਾਂ 'ਤੇ ਚੰਦਨ ਦੇ ਟਿੱਕੇ ਲਾਏ ਹੋਏ ਸੀ। ਸਾਹਮਣੇ ਮੂਰਤੀ ਰੱਖੀ ਹੋਈ ਸੀ ਤੇ ਮੂਰਤੀ ਦੇ ਅੱਗੇ ਪੈਸਿਆਂ ਵਾਸਤੇ ਸੰਦੂਕੜੀ ਰੱਖੀ ਹੋਈ ਸੀ। ਜੋ ਵੀ ਕੋਈ ਪੁਰਸ਼ ਆਉਂਦਾ ਹੈ ਸੰਦੂਕੜੀ ਵਿੱਚ ਮਾਇਆ ਪਾ ਕੇ ਅੱਗੇ ਬੈਠ ਜਾਂਦਾ ਹੈ। ਪੰਡਿਤ ਆਪ ਅੱਖਾਂ ਮੀਟ ਕੇ ਬੈਠਾ ਹੋਇਆ ਹੈ। ਕਦੇ ਕਦੇ ਅੱਖਾਂ ਖੋਲ੍ਹ ਕੇ ਸੰਦੂਕੜੀ ਨੂੰ ਦੇਖ ਲੈਂਦਾ ਹੈ। ਹੁਣ ਪੰਡਿਤ ਜੀ ਨੇ ਅੱਖਾਂ ਖੋਲ੍ਹੀਆਂ ਤੇ ਸੰਦੂਕੜੀ ਵੱਲ ਤੱਕਿਆ। ਸਤਿਗੁਰ ਨੇ ਕਿਹਾ, ਪੰਡਿਤ ਜੀ ਤੁਸੀਂ ਅੱਖਾਂ ਕਿਉਂ ਬੰਦ ਕੀਤੀਆਂ ਹਨ? ਅੱਖਾਂ ਤਾਂ ਉਦੋਂ ਬੰਦ ਕਰੀਦੀਆਂ ਹਨ ਜਦੋਂ ਈਸ਼ਟ ਸਾਹਮਣੇ ਨਾ ਹੋਵੇ। ਤੁਹਾਡੇ ਸਾਹਮਣੇ ਤਾਂ ਤੁਹਾਡਾ ਈਸ਼ਟ ਮੂਰਤੀ ਹੈ। ਉਹਨਾਂ ਨੂੰ ਅੱਖਾਂ ਬੰਦ ਕਰਨ ਦੀ ਕੀ ਲੋੜ ਹੈ ਜਿਨ੍ਹਾਂ ਦੇ ਸਾਹਮਣੇ ਉਹਨਾਂ ਦਾ ਪਰਮਾਤਮਾ ਬੈਠਾ ਹੈ। ਅੱਗੋਂ ਪੰਡਿਤ ਜੀ ਕਹਿਣ ਲੱਗੇ, ਸੰਤ ਜੀ ਤੁਹਾਨੂੰ ਕੀ ਪਤਾ ਮੈਂ ਸਮਾਧੀ ਵਿੱਚ ਕਿਸ ਵਾਸਤੇ ਲਾਉਂਦਾ ਹਾਂ ਅਤੇ ਮੈਂ ਸਮਾਧੀ ਵਿੱਚ 3 ਲੋਕਾਂ ਦਾ ਭ੍ਰਮਣ ਕਰ ਲੈਂਦਾ ਹਾਂ ਅਤੇ ਮੈਨੂੰ ਸਮਾਧੀ ਵਿੱਚ ਹੀ ਅੰਤਰਜਾਮਤਾ ਹੋ ਜਾਂਦੀ ਹੈ। ਇਹ ਗੱਲ ਕਹਿ ਕੇ ਬੜੇ ਹੰਕਾਰ ਅਤੇ ਹਉਮੈ ਨਾਲ ਅੱਖਾਂ ਬੰਦ ਕਰਕੇ ਪਹਿਲਾਂ ਦੀ ਤਰ੍ਹਾਂ ਫਿਰ ਬੈਠ ਗਿਆ। ਸਤਿਗੁਰੂ ਜੀ ਨੇ ਪੰਡਿਤ ਤੋਂ ਅੱਗੋਂ ਚੌਂਕੀ ਉੱਤੋਂ ਮੂਰਤੀ ਅਤੇ ਮਾਇਆ ਵਾਲੀ ਸੰਦੂਕੜੀ ਅਲੋਪ ਕਰ ਦਿੱਤੀ। 2 ਕੁ ਘੜੀਆਂ ਬਾਅਦ ਅੱਖਾਂ ਖੋਲ੍ਹੀਆਂ। ਕੀ ਦੇਖਿਆ? ਨਾ ਚੌਂਕੀ ਹੈ, ਨਾ ਮੂਰਤੀ ਹੈ, ਨਾ ਸੰਦੂਕੜੀ, ਅੱਗੇ ਕੋਈ ਚੀਜ਼ ਵੀ ਨਹੀਂ ਹੈ। ਹੈਰਾਨ ਹੋ ਗਿਆ, ਬੜਾ ਘਬਰਾਇਆ, ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਾਰੇ ਬੰਦਿਆਂ ਨੂੰ ਪੁੱਛਦਾ ਹੈ, ਮੇਰੇ ਠਾਕੁਰ ਦੀ ਮੂਰਤੀ ਕਿਸ ਨੇ ਚੁਰਾਈ ਹੈ? ਜਿਸ ਨੇ ਚੁੱਕਦਿਆਂ ਦੇਖਿਆ ਹੈ ਉਹ ਬੰਦਾ ਮੇਰੇ ਹਵਾਲੇ ਕਰ ਦਿਓ, ਮੈਂ ਉਸ ਦਾ ਨਾਸ਼ ਕਰ ਦੇਵਾਂਗਾ। ਸਤਿਗੁਰੂ ਜੀ ਕਹਿਣ ਲੱਗੇ, ਪੰਡਿਤ ਜੀ ਤੁਸੀਂ ਕਹਿੰਦੇ ਜੀ ਸਮਾਧੀ ਲਾਉਣ ਨਾਲ ਮੈਨੂੰ 3 ਲੋਕਾਂ ਦੀ ਅੰਤਰਜਾਮਤਾ ਹੋ ਜਾਂਦੀ ਹੈ
ਤੇ ਤੁਹਾਡੀ ਮੂਰਤੀ ਤੁਹਾਡੇ ਤਿੰਨਾਂ ਲੋਕਾਂ ਤੋਂ ਬਾਹਰ ਚਲੀ ਗਈ ਹੈ, ਜੋ ਤੁਹਾਨੂੰ ਸਮਾਧੀ ਵਿੱਚ ਨਹੀਂ ਦਿਖੀ। ਤੁਸੀਂ ਆਪਣੀ ਸਮਾਧੀ ਵਿੱਚ ਦੇਖ ਲਓ ਵੀ ਕਿੱਥੇ ਗਈ ਹੈ। ਪੰਡਤ ਗੁਰੂ ਜੀ ਦੇ ਸੱਚੇ ਵਚਨ ਸੁਣ ਕੇ ਕਹਿਣ ਲੱਗਿਆ, ਸੰਤ ਜੀ, ਸੱਚ ਪੁੱਛੋ ਤਾਂ ਮੈਂ ਜੋ ਕੁਝ ਵੀ ਕਰ ਰਿਹਾ ਹਾਂ ਪੇਟ ਵਾਸਤੇ ਅਤੇ ਬਾਲ ਬੱਚੇ ਵਾਸਤੇ ਕਰ ਰਿਹਾ ਹਾਂ। ਇਹ ਮੇਰਾ ਪਖੰਡ ਹੈ। ਤਿੰਨਾਂ ਲੋਕਾਂ ਦੀ ਖਬਰ ਮੈਨੂੰ ਕੋਈ ਨਹੀਂ ਹੈ। ਹੁਣ ਸਤਿਗੁਰੂ ਜੀ ਨੇ ਕਿਹਾ, ਪੰਡਤ ਜੀ, ਤੁਹਾਨੂੰ ਝੂਠ ਨਹੀਂ ਬੋਲਣਾ ਚਾਹੀਦਾ। ਸ਼ੁੱਧ ਮਨ ਕਰਕੇ ਨਾਮ ਜਪਿਆ ਕਰੋ। ਪਰਮੇਸ਼ਰ ਆਪ ਜੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇਗਾ। ਤੂੰ ਲੋਕਾਂ ਕੋਲ ਝੂਠ ਬੋਲਦਾ ਹੈ ਕਿ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ। ਦੇਖ, ਤੇਰੇ ਪਿੱਠ ਪਿੱਛੇ 7 ਪਾਤਸ਼ਾਹੀ ਦਾ ਖਜ਼ਾਨਾ ਦੱਬਿਆ ਹੋਇਆ ਹੈ, ਉਸ ਦਾ ਤਾਂ ਤੈਨੂੰ ਪਤਾ ਹੀ ਨਹੀਂ ਲੱਗਿਆ। ਜਰਾ ਧਰਤੀ ਪੁੱਟ ਕੇ ਦੇਖ ਤਾਂ ਸਹੀ। ਇਹ ਵਚਨ ਸੁਣ ਕੇ ਪੰਡਿਤ ਨੇ ਆਪਣੇ ਪਿੱਛੋਂ ਧਰਤੀ ਪੁੱਟੀ ਤੇ ਬੇਅੰਤ ਧਨ ਮਿਲਿਆ। ਹੁਣ ਉਸਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਤੇ ਰੋ ਰੋ ਕੇ ਪਿਛਲੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗੀ ਤੇ ਅੱਗੇ ਤੋਂ ਸਮੱਤ ਮੰਗੀ। ਬਾਬਾ ਜੀ ਸਾਨੂੰ ਇਹ ਸੋਝੀ ਦਿੰਦੇ ਹਨ ਕਿ ਨਾਮ ਜਪੋ, ਨਾਮ ਦੇ ਭਾਣੇ ਵਿੱਚ ਰਹੋ ਤੇ ਵਾਹਿਗੁਰੂ ਵਾਹਿਗੁਰੂ ਸਵਾਸ ਸਵਾਸ ਕਰੋ, ਕਿਉਂਕਿ ਅਕਾਲ ਪੁਰਖ ਨੇ ਸਾਨੂੰ ਇੱਥੇ ਕਿਸੇ ਕਾਰਜ ਕਰਕੇ ਭੇਜਿਆ ਹੈ। ਉਹ ਕਾਰਜ ਅਸੀਂ ਕਰਨਾ ਹੈ। ਸੰਸਾਰਿਕ ਕੰਮਾਂ ਵਿੱਚ ਵੀ ਰਹਿਣਾ ਹੈ, ਨਾਲ ਨਾਲ ਅਸੀਂ ਉਹ ਕੰਮ ਵੀ ਕਰਨੇ ਹਨ ਜੋ ਮਹਾਰਾਜ ਨੇ ਸਾਨੂੰ ਵਚਨ ਦੇ ਕੇ ਇੱਥੇ ਭੇਜਿਆ ਹੈ। ਵਿਵਸਥਾ ਦਰ ਵਿਵਸਥਾ ਨਾਮ ਸਿਮਰਨ ਕਰੋਗੇ ਤਾਂ ਉਹਦਾ ਫਲ ਬੇਅੰਤ ਗੁਣਾ ਪ੍ਰਾਪਤ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।